ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ, ਧੰਨ ਬਾਬਾ ਜੀ ਨਾਨਕ ਦੇਵ, ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ। ਸਾਖੀ ਸ਼ਰਧਾ ਅਤੇ ਵਿਸ਼ਵਾਸ। ਬੋੜੀ ਸਾਹਿਬ ਤੋਂ ਪ੍ਰਾਰੰਭ ਕੀਤੀ ਹੋਈ ਬਾਬਾ ਜੀ ਦੀ ਮੁਫਤ ਗੁਰਬਾਣੀ ਪ੍ਰਵਾਹ ਲਹਿਰ ਵਿੱਚ ਪਿੰਡ ਭੁੱਲਰਾਂ ਦਾ ਨੌਜਵਾਨ ਗੁਰਦੀਪ ਸਿੰਘ ਮਹਾਂਪੁਰਖਾਂ ਦੀ ਸੰਗਤ ਵਿੱਚ ਆਇਆ। ਗੁਰਬਾਣੀ ਪੜ੍ਹਨ ਸੁਣਨ ਦੀ ਰੀਝ ਪੂਰਬਲੇ ਕਰਮਾਂ ਕਰਕੇ ਜਾਗਦੀ ਹੈ ਅਤੇ ਸਤ ਸੰਗਤ ਦੇ ਪ੍ਰਭਾਵ ਨਾਲ ਇਹ ਹੋਰ ਵੀ ਪ੍ਰਚੰਡ ਰੂਪ ਵਿੱਚ ਉਜਾਗਰ ਹੁੰਦੀ ਹੈ। ਬਾਬਾ ਜੀ ਦੇ ਡੇਰੇ ਬੈਠ ਕੇ ਇਸ ਨੇ ਗੁਰਬਾਣੀ ਪੜ੍ਹਨੀ ਅਤੇ ਬਾਬਾ ਜੀ ਸਮੇਤ ਸੰਗਤਾਂ ਨੇ ਸੁਣਨੀ। ਇਸ ਦਾ ਹੁਣ ਇਹ ਨਿਤ ਕਰਮ ਹੋ ਗਿਆ ਸੀ। ਗੁਰਦੀਪ ਸਿੰਘ ਜਦੋਂ ਵੀ ਬਾਬਾ ਜੀ ਦੇ ਕੋਲ ਆਉਂਦਾ, ਬਾਬਾ ਜੀ ਇਸ ਨੂੰ ਬਹੁਤ ਪਿਆਰ ਕਰਦੇ ਸਨ। ਬਾਬਾ ਜੀ ਦੀ ਬਖਸ਼ਿਸ਼ ਸਦਕਾ ਇਹ ਨੌਜਵਾਨ ਪੱਕਾ ਅਖੰਡ ਪਾਠੀ ਬਣ ਗਿਆ ਅਤੇ ਜਥੇਦਾਰ ਮੱਖਣ ਸਿੰਘ ਜੀ ਦੀ ਅਗਵਾਈ ਵਿੱਚ ਚੱਲ ਰਹੀ ਮੁਫਤ ਗੁਰਬਾਣੀ ਪ੍ਰਵਾਹ ਲਹਿਰ ਵਿੱਚ ਸ਼ਾਮਲ ਹੋ ਗਿਆ। ਮੁਫਤ ਗੁਰਬਾਣੀ ਪ੍ਰਵਾਹ ਲਹਿਰ ਵਿੱਚ ਬਾਬਾ ਜੀ ਦੁਆਰਾ ਨਿਰਧਾਰਿਤ ਹੋਈ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ 40 ਰੁਪਏ ਸੀ ਅਤੇ ਜੋ ਵਿਅਕਤੀ 40 ਰੁਪਏ ਵੀ ਨਹੀਂ ਸਨ ਦੇ ਸਕਦੇ, ਉਹਨਾਂ ਗਰੀਬਾਂ ਦੇ ਘਰੀਂ ਅਖੰਡ ਪਾਠ ਮੁਫਤ ਵੀ ਕੀਤੇ ਜਾਂਦੇ ਸਨ। ਬਾਕੀ ਸ਼ਬਦ ਪੜ੍ਹਨ, ਕਥਾ ਕੀਰਤਨ ਆਦਿ ਦਾ ਕੋਈ ਵੀ ਪੈਸਾ ਕਿਸੇ ਤੋਂ ਨਹੀਂ ਸੀ ਲਿਆ ਜਾਂਦਾ। ਗੱਲ ਕੀ ਗੁਰਬਾਣੀ ਪ੍ਰੇਮਮਈ ਭਾਵਨਾ ਤਹਿਤ ਪਿਆਰ ਅਤੇ ਸਤਿਕਾਰ ਨਾਲ ਪੜ੍ਹੀ ਜਾਂਦੀ ਸੀ, ਨਾ ਕਿ ਮਾਇਆ ਇਕੱਤਰ ਕਰਨ ਦੀ ਭਾਵਨਾ ਨਾਲ। 12 ਅਪ੍ਰੈਲ 1980 ਨੂੰ ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਡੇਰੇ ਵਿਖੇ ਬੈਠੇ ਬਚਨ ਕਰ ਰਹੇ ਸਨ। ਇੱਕੋ ਦੇ ਹੀ ਬਣੇ ਰਹਿਣੇ ਚਾਹੀਦਾ ਹੈ, ਥਾਂ ਥਾਂ ਤੇ ਨੱਕ ਗੋਡੇ ਨਹੀਂ ਟੇਕਣੇ ਚਾਹੀਦੇ। ਜਿਸ ਦੀ ਗੁਰੂ ਨਾਨਕ ਦੇ ਘਰ ਨਾਲ ਸਾਂਝ ਹੈ ਤੇ ਜੋ ਗੁਰਬਾਣੀ ਰੋਜ਼ ਪੜ੍ਹਦਾ ਹੈ, ਉਸ ਨੂੰ ਕਿਸੇ ਹੋਰ ਦੀ ਮੁਥਾਜੀ ਕਰਨ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਮਰੱਥ ਗੁਰੂ ਹੈ। ਗੁਰਬਾਣੀ ਪੜ੍ਹਨ ਵਾਲੇ ਨੂੰ ਜੇਕਰ ਦੁੱਖ ਆਉਣਗੇ ਵੀ ਤਾਂ ਉਹ ਆਪਣਾ ਪਹਿਰਾ ਲਵਾ ਕੇ ਚਲੇ ਜਾਣਗੇ। ਜੇਕਰ 8 ਦਿਨ ਬੁਖਾਰ ਚੜ੍ਹਨਾ ਹੋਊ ਤਾਂ 8 ਘੜੀਆਂ ਹੀ ਚੜੂ। ਆਪਣੇ ਸੇਵਕਾਂ ਦੀ ਉਹ ਆਪ ਹੀ ਇੱਜ਼ਤ ਪੱਤ ਰੱਖਦਾ ਹੈ। ਇਹ ਬਚਨ ਬਾਬਾ ਜੀ ਨੇ ਸੰਗਤ ਵਿੱਚ ਕਹੇ ਤੇ ਸੰਗਤ ਵਿੱਚ ਬੈਠੇ ਹੋਏ ਸਰਦਾਰ ਗੁਰਦੀਪ ਸਿੰਘ ਨੇ ਇਹਨਾਂ ਬਚਨਾਂ ਨੂੰ ਧਿਆਨ ਨਾਲ ਸੁਣਿਆ। ਗੁਰਦੀਪ ਸਿੰਘ ਦਾ ਸਰੀਰ ਵੀ ਕੁਝ ਰੋਗੀ ਰਹਿੰਦਾ ਸੀ। ਡਾਕਟਰਾਂ ਦੀਆਂ ਦਵਾਈਆਂ ਚੱਲਦੀਆਂ ਹੀ ਰਹਿੰਦੀਆਂ ਸਨ, ਕਦੀ ਕਿਤਿਓਂ ਕਦੀ ਕਿਤਿਓਂ। ਨੇੜੇ ਦੇ ਕਈ ਡਾਕਟਰਾਂ ਤੋਂ ਦਵਾਈ ਖਾਧੀ ਸੀ ਪਰ ਆਰਾਮ ਨਹੀਂ ਸੀ ਆਉਂਦਾ। ਅੰਤ ਵਿੱਚ ਇੱਕ ਡਾਕਟਰ ਨੇ ਐਕਸਰੇ ਕੀਤਾ ਤੇ ਦੱਸਿਆ ਕਿ ਤੁਹਾਨੂੰ ਅਪੈਂਡਿਕਸ ਹੈ, ਪੇਟ ਵਿੱਚੋਂ ਇੱਕ ਨਾੜੀ ਫੁੱਲੀ ਹੋਈ ਹੈ ਜਿਸ ਦਾ ਆਪਰੇਸ਼ਨ ਕਰਵਾਉਣਾ ਪਵੇਗਾ। ਗੁਰਦੀਪ ਸਿੰਘ ਆਪਣੇ ਨੇਮ ਅਨੁਸਾਰ ਬਾਬਾ ਜੀ ਦੇ ਡੇਰੇ ਆਉਂਦਾ ਰਹਿੰਦਾ ਸੀ। ਘਰ ਦੀ ਆਰਥਿਕ ਹਾਲਤ ਵੀ ਇੰਨੀ ਵਧੀਆ ਨਹੀਂ ਸੀ। ਹਸਪਤਾਲਾਂ ਦੇ ਖਰਚੇ ਵੀ ਬਹੁਤ ਹੁੰਦੇ ਹਨ। ਦੂਜਾ ਆਪਰੇਸ਼ਨ ਕਰਵਾਉਣ ਨੂੰ ਭਲਾ ਕਿਹਦਾ ਦਿਲ ਕਰਦਾ ਹੈ। ਗੁਰਦੀਪ ਸਿੰਘ ਨੇ ਬਾਬਾ ਜੀ ਦੇ ਡੇਰੇ ਵਿਖੇ ਆ ਕੇ ਮਨ ਹੀ ਮਨ ਅਰਦਾਸ ਕਰਨੀ, ਅੰਤਰਜਾਮੀ ਬਾਬਾ ਜੀਓ, ਬਿਨਾਂ ਬੋਲਿਆਂ ਹੀ ਜਾਣਦੇ ਹੋ, ਕਿਰਪਾ ਕਰੋ, ਗਰੀਬ ਦਾ ਦੁੱਖ ਕੱਟੋ ਜੀ, ਐਸੀ ਮਿਹਰ ਕਰੋ ਮੈਨੂੰ ਹਸਪਤਾਲ ਵਿੱਚ ਜਾ ਕੇ ਡਾਕਟਰਾਂ ਕੋਲੋਂ ਪੇਟ ਨਾ ਪੜਵਾਉਣਾ ਪਵੇ। ਸੇਵਕ ਨੇ ਜਦੋਂ ਵੀ ਡੇਰੇ ਆਉਣਾ ਇਹੀ ਅਰਦਾਸ ਕਰਨੀ। ਉਸ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਗੁਰਦੀਪ ਸਿੰਘ ਨੂੰ ਬਥੇਰਾ ਜ਼ੋਰ ਲਾਇਆ ਕਿ ਉਹ ਆਪਰੇਸ਼ਨ ਕਰਵਾ ਲਵੇ, ਪਰ ਉਹ ਨਹੀਂ ਸੀ ਮੰਨਦਾ, ਕਿਉਂਕਿ ਉਸ ਨੂੰ ਬਾਬਾ ਜੀ ਬ੍ਰਹਮ ਗਿਆਨੀ ਉੱਪਰ ਪੂਰਨ ਭਰੋਸਾ ਸੀ। ਉਸਨੇ ਕਈ ਵਾਰਾਂ 20 ਜਪਜੀ ਸਾਹਿਬ ਦੇ ਪਾਠ ਪੜ੍ਹਨੇ ਅਤੇ ਹੋਰ ਬਾਣੀਆਂ ਵੀ ਪੜ੍ਹਨੀਆਂ, ਨਾਮ ਸਿਮਰਨ ਦਾ ਅਭਿਆਸ ਵੀ ਕਰਨਾ। ਜੂਨ 1980 ਵਿੱਚ ਬਾਬਾ ਜੀ ਦੇ ਡੇਰੇ ਦੇ ਲਾਗੇ ਸਰੋਵਰ ਵਿੱਚ ਉਹ ਇਸ਼ਨਾਨ ਕਰਨ ਲਈ ਵੜਿਆ। ਜਿਉਂ ਹੀ ਉਸਨੇ ਸਰੋਵਰ ਵਿੱਚ ਟੁੱਬੀ ਲਾਈ, ਇੱਕ ਤਿੱਖੀ ਜਿਹੀ ਲੋਹੇ ਦੀ ਤਾਰ ਉਸ ਦੀ ਵੱਖੀ ਦੀ ਉੱਪਰਲੀ ਚਮੜੀ ਵਿੱਚ ਫਿਰ ਗਈ। ਇਉਂ ਹੋਇਆ ਜਿਵੇਂ ਕਾਗਜ਼ ਉੱਤੇ ਪੈਨਸਲ ਨਾਲ ਲਕੀਰ ਖਿੱਚੀ ਦੀ ਹੈ। ਇਹ ਲੋਹੇ ਦੀ ਤਾਰ ਬਿਲਕੁਲ ਉਸੇ ਥਾਂ ਦੀ ਉੱਪਰਲੀ ਚਮੜੀ 'ਤੇ ਲੱਗੀ ਜਿੱਥੇ ਡਾਕਟਰਾਂ ਦੇ ਦੱਸੇ ਅਨੁਸਾਰ ਉਸ ਦਾ ਆਪਰੇਸ਼ਨ ਹੋਣਾ ਸੀ। ਜਦੋਂ ਉਹ ਸਰੋਵਰ ਵਿੱਚੋਂ ਨਹਾ ਕੇ ਬਾਹਰ ਨਿਕਲਿਆ ਤਾਂ ਉਸ ਦੀ ਚਮੜੀ ਉੱਪਰ ਲਹੂ ਦੇ ਛੋਟੇ-ਛੋਟੇ ਕਤਰੇ ਇਉਂ ਬਾਹਰ ਨਿਕਲੇ ਹੋਏ ਸਨ ਜਿਵੇਂ ਡਾਕਟਰ ਵੱਲੋਂ ਕਿਸੇ ਜ਼ਖਮ ਨੂੰ ਸੀਤਾ ਗਿਆ ਹੋਵੇ। ਇਹ ਲਹੂ ਦੇ ਬਰੀਕ ਕਤਰੇ ਇਉਂ ਲੱਗ ਰਹੇ ਸਨ ਜਿਵੇਂ ਇਸੇ ਥਾਂ ਵਿੱਚ ਕਿਸੇ ਡਾਕਟਰ ਨੇ ਆਪਰੇਸ਼ਨ ਕਰਕੇ ਟਾਂਕੇ ਲਗਾਏ ਹੋਏ ਹੋਣ। ਸੇਵਾਦਾਰ ਗੁਰਦੀਪ ਸਿੰਘ ਭੁੱਲਰ ਹੈਰਾਨ ਸੀ। ਉਹ ਮਨ ਹੀ ਮਨ ਵਿੱਚ ਸਮਝ ਗਿਆ
ਕਿ ਬਾਬਾ ਜੀ ਨੇ ਉਸ ਦੇ ਨੁਕਸ ਦਾ ਆਪਰੇਸ਼ਨ ਕਰ ਦਿੱਤਾ ਹੈ। ਪ੍ਰਸੰਨ ਮਨ ਨਾਲ ਉਹ ਸ਼ਾਮ ਨੂੰ ਘਰ ਆਇਆ। ਘਰ ਆ ਕੇ ਉਸਨੇ ਲੋਹੇ ਦੀ ਤਾਰ ਨਾਲ ਲੱਗੀ ਝਰੀਟ ਵਿਖਾਉਂਦਿਆਂ ਹੋਇਆ ਸਭ ਨੂੰ ਦੱਸਿਆ ਕਿ ਬਾਬਾ ਜੀ ਨੇ ਉਸ ਦਾ ਆਪਰੇਸ਼ਨ ਕਰ ਦਿੱਤਾ ਹੈ। ਬਾਬਾ ਜੀ ਤੇ ਪੂਰਨ ਵਿਸ਼ਵਾਸ ਰੱਖਦੇ ਹੋਏ ਸੇਵਕ ਨੇ ਸ਼ਰਧਾ ਵਸ ਕਿਸੇ ਵੀ ਡਾਕਟਰ ਤੋਂ ਆਪਰੇਸ਼ਨ ਨਾ ਕਰਵਾਇਆ। ਹੌਲੀ ਹੌਲੀ ਪ੍ਰਭੂ ਕਿਰਪਾ ਨਾਲ ਉਹ ਪੂਰਾ ਠੀਕ ਹੋ ਗਿਆ ਤੇ ਅੱਜ ਵੀ ਇਹ ਸੇਵਾਦਾਰ ਬ੍ਰਹਮ ਗਿਆਨੀ ਬਾਬਾ ਜੀ ਦੇ ਅੰਗੀਠਾ ਸਾਹਿਬ ਗੁਰਦੁਆਰਾ ਵਿਖੇ ਮੁੱਖ ਗ੍ਰੰਥੀ ਵਜੋਂ ਸੇਵਾ ਕਾਰਜ ਕਰ ਰਿਹਾ ਹੈ। ਹੋਰ ਕਥਾਵਾਂ। ਇੱਕ ਵਾਰ ਬਾਬਾ ਜੀ ਮੰਜੇ ਉੱਤੇ ਬਿਰਾਜਮਾਨ ਸਨ। ਪੋਥੀ ਦਾ ਪਾਠ ਚੱਲ ਰਿਹਾ ਸੀ। ਚਾਰ ਚਫੇਰੇ ਬਿਲਕੁਲ ਸ਼ਾਂਤ ਵਾਤਾਵਰਣ ਸੀ। ਸਾਰੀ ਸੰਗਤ ਮਨ ਚਿੱਤ ਇਕਾਗਰ ਕਰਕੇ ਅਗੰਮੀ ਕੀਰਤਨ ਦਾ ਆਨੰਦ ਮਾਣ ਰਹੀ ਸੀ। ਸੰਗਤ ਵਿੱਚ ਬੈਠੇ ਕੁਝ ਲੋਕ ਜੋ ਕਾਫੀ ਉਤਾਵਲੇ ਤੇ ਕਾਹਲੇ ਜਿਹੇ ਜਾਪਦੇ ਸਨ। ਇਉਂ ਜਾਪਦਾ ਸੀ ਕਿ ਉਹ ਆਪਣੇ ਮਨ ਦੀ ਭਾਵਨਾ ਜਾਂ ਦੁੱਖੜਾ ਸੰਤ ਜੀ ਅੱਗੇ ਪ੍ਰਗਟ ਕਰਨਾ ਚਾਹੁੰਦੇ ਹਨ, ਪਰ ਉਹਨਾਂ ਵਿੱਚ ਹੌਸਲਾ ਨਹੀਂ ਸੀ ਪੈ ਰਿਹਾ ਕਿ ਬਚਨ ਕਿਵੇਂ ਕਰਨ। ਇੱਕ ਬੀਬੀ ਉੱਠ ਕੇ ਬਾਬਾ ਜੀ ਕੋਲ ਆਈ। ਉਸ ਦੇ ਚਿਹਰੇ ਤੋਂ ਇਉਂ ਪ੍ਰਤੀਤ ਹੁੰਦਾ ਸੀ ਕਿ ਉਹ ਕਾਫੀ ਦੁਖਿਆਰੀ ਸੀ। ਉਸਨੇ ਬੇਨਤੀ ਕੀਤੀ, ਬਾਬਾ ਜੀ ਰੋਟੀ ਲਵਾਓ। ਮਹਾਂਪੁਰਖ ਚੁੱਪ ਰਹੇ। ਉਸਨੇ ਫਿਰ ਨਿਮਰਤਾ ਭਾਵ ਵਿੱਚ ਉੱਚੀ ਆਵਾਜ਼ ਵਿੱਚ ਬੇਨਤੀ ਕੀਤੀ, ਬਾਬਾ ਜੀ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ, ਰੋਟੀ ਦਾ ਕੋਈ ਸਾਧਨ ਬਣਾਓ। ਅਸਲ ਵਿੱਚ ਇਸ ਬੀਬੀ ਦਾ ਪਤੀ 10 ਮਹੀਨੇ ਪਹਿਲਾਂ ਮਰ ਚੁੱਕਿਆ ਸੀ ਤੇ ਉਹ ਸਰਕਾਰੀ ਨੌਕਰੀ ਤੇ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਉਸ ਦੀ ਤਨਖਾਹ ਨਾਲ ਹੀ ਚੱਲਦਾ ਸੀ। ਉਸ ਦੀ ਮੌਤ ਤੋਂ ਬਾਅਦ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ। ਬਾਲ ਬੱਚੇ ਛੋਟੇ ਛੋਟੇ ਸਨ। ਘਰ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਕਿਸੇ ਸਾਧਨ ਦੀ ਲੋੜ ਸੀ। ਇਹ ਬੀਬੀ ਅਤ ਮਜਬੂਰ ਹਾਲਤ ਵਿੱਚ ਸੀ ਤੇ ਇਸੇ ਆਸ ਵਿੱਚ ਸੀ ਕਿ ਬਾਬਾ ਜੀ ਅੱਗੇ ਫਰਿਆਦੀ ਜਿਸ ਦਾ ਕੋਈ ਆਸਰਾ ਨਾ ਹੋਵੇ, ਉਸ ਦਾ ਆਸਰਾ ਗੁਰੂ ਨਾਨਕ ਦਾ ਘਰ ਹੁੰਦਾ ਹੈ। ਪੂਰਨ ਸੰਤ ਪਰਮੇਸ਼ਰ ਦਾ ਰੂਪ ਹੁੰਦੇ ਹਨ। ਇਸ ਔਰਤ ਨੂੰ ਸਾਧ ਸੰਗਤ ਤੋਂ ਪਤਾ ਲੱਗਾ ਸੀ ਕਿ ਸੰਤ ਅਤੇ ਪਰਮੇਸ਼ਰ ਵਿੱਚ ਭਿੰਨ ਭੇਦ ਨਹੀਂ ਹੁੰਦਾ। ਸੰਤ ਅਨੰਤ ਹੈ, ਅੰਤਰ ਨਾਹੀਂ। ਜੇਕਰ ਸੰਤ ਦਇਆ ਦੇ ਘਰ ਵਿੱਚ ਆ ਜਾਣ ਤਾਂ ਰੇਖ ਵਿੱਚ ਮੇਖ ਮਾਰ ਸਕਦੇ ਹਨ। ਉਂਝ ਵੀ ਉਸ ਨੂੰ ਤਸੱਲੀ ਸੀ ਕਿ ਇਸ ਘਰੋਂ ਹਰ ਰੋਜ਼ ਅਨੇਕਾਂ ਫਰਿਆਦੀ ਆਪਣੇ ਮਨ ਦੀ ਵੇਦਨਾ ਪ੍ਰਗਟ ਕਰਕੇ ਪ੍ਰਸੰਨਤਾ ਹਾਸਲ ਕਰਕੇ ਜਾਂਦੇ ਹਨ, ਤਾਂ ਮੈਂ ਵੀ ਦਿਲ ਦੀ ਹੂਕ ਸੰਤਾਂ ਤੱਕ ਪਹੁੰਚਾਵਾਂ। ਇਸ ਬੀਬੀ ਨੂੰ ਹੋਰ ਕੋਈ ਆਸਰਾ ਨਹੀਂ ਸੀ ਰਿਹਾ। ਬੀਬੀ ਦੀ ਕੰਬਦੀ ਆਵਾਜ਼ ਵਿੱਚ ਪੂਰਨ ਨਿਮਰਤਾ ਨਾਲ ਹਿਰਦੇ ਵੇਦਕ, ਅੱਖਾਂ ਵਿੱਚੋਂ ਹੰਝੂ ਵਗਾ ਦੇਣ ਵਾਲੀ ਬੇਨਤੀ ਨੂੰ ਸੰਤਾਂ ਨੇ ਬੜੇ ਧੀਰਜ ਨਾਲ ਸੁਣਿਆ ਤੇ ਸਹਿਜ ਭਾਵ ਵਿੱਚ ਸੰਤ ਜੀ ਨੇ ਬਚਨ ਕੀਤਾ, ਰੋਟੀ ਚਾਹੀਦੀ ਹੈ, ਇਸ ਨੂੰ ਮਗਰਾ ਰੋਟੀਆਂ ਦਾ ਦੇ ਦਿਓ ਭਾਈ। ਸੇਵਾਦਾਰਾਂ ਨੇ ਝੱਟ ਉੱਠ ਕੇ ਉਸ ਬੀਬੀ ਨੂੰ ਕਾਫੀ ਰੋਟੀਆਂ ਬੰਨ੍ਹ ਦਿੱਤੀਆਂ ਤੇ ਬਾਬਾ ਜੀ ਬੋਲੇ, ਬੀਬੀ ਨੂੰ ਰੋਟੀਆਂ ਦੇ ਦਿੱਤੀਆਂ ਹਨ। ਤਾਂ ਦਇਆ ਦੇ ਸਮੁੰਦਰ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨੇ ਪਵਿੱਤਰ ਮੁਖਾਰਬਿੰਦ ਵਿੱਚੋਂ ਬਚਨ ਕੀਤਾ, ਤੈਨੂੰ ਰੋਟੀਆਂ ਤਾਂ ਮਿਲ ਗਈਆਂ ਹੁਣ, ਤੇ ਹੁਣ ਤੂੰ ਜਾ। ਸਾਰੀ ਸੰਗਤ ਵਿੱਚ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ, ਸਤਨਾਮ ਵਾਹਿਗੁਰੂ ਦੇ ਜਕਾਰਿਆਂ ਦੀ ਗੂੰਜ ਉੱਠੀ। ਉਹ ਬੀਬੀ ਬਚਨ ਨੂੰ ਸੱਤ ਕਰਕੇ ਮੰਨਦੀ ਹੋਈ ਘਰ ਚਲੀ ਗਈ। ਘਰ ਜਾ ਕੇ ਉਹਨਾਂ ਰੋਟੀਆਂ ਨੂੰ ਹੀ ਘਰ ਵਿੱਚ ਛਕਿਆ ਅਤੇ ਹੋਰ ਆਂਢੀਆਂ ਗਵਾਂਢੀਆਂ ਵਿੱਚ ਵੀ ਬਾਬਾ ਜੀ ਦਾ ਪ੍ਰਸ਼ਾਦ ਜਾਣ ਕੇ ਵੰਡਿਆ। ਮਸਾਂ 5 ਦਿਨ ਹੀ ਬੀਤੇ ਸਨ ਕਿ ਡਾਕੀਏ ਨੇ ਉਸ ਬੀਬੀ ਦੇ ਘਰ ਆ ਕੇ ਰਜਿਸਟਰੀ ਚਿੱਠੀ ਦਿੱਤੀ ਤੇ ਬੀਬੀ ਦੇ ਹਸਤਾਖਤ ਕਰਵਾਏ। ਬੀਬੀ ਹੈਰਾਨ ਸੀ ਕਿ ਇਹ ਚਿੱਠੀ ਪਤਾ ਨਹੀਂ ਕਿੱਧਰੋਂ ਆ ਗਈ ਹੈ। ਇਹ ਚਿੱਠੀ ਇਸ ਬੀਬੀ ਦੀ ਵਿਧਵਾ ਪੈਨਸ਼ਨ ਲੱਗਣ ਦੇ ਕਾਗਜ਼ ਸਨ। ਮਹੀਨਾ ਕੁ ਹੋਰ ਬੀਤ ਗਿਆ। ਕਾਗਜ਼ੀ ਕਾਰਵਾਈ ਪੂਰੀ ਹੋਈ। ਬੀਬੀ ਦੀ ਸੱਚੇ ਦਿਲ ਨਾਲ ਕੀਤੀ ਜੋਦੜੀ ਪ੍ਰਵਾਨ ਹੋਈ ਤੇ ਉਸ ਦੀ ਪੱਕੇ ਤੌਰ ਤੇ ਪੈਨਸ਼ਨ ਲੱਗ ਗਈ। ਪੈਨਸ਼ਨ ਦਾ ਬਕਾਇਆ ਵੀ ਮਿਲ ਗਿਆ। ਸੰਤਾਂ ਦੇ ਬੋਲ ਪੂਰੇ ਹੋਏ। ਇਸ ਬੀਬੀ ਨੇ ਸ਼ਰਧਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਤੇ ਸ਼ੁਕਰਾਨੇ ਵਜੋਂ ਲੈ ਕੇ ਬਾਬਾ ਜੀ ਦੇ ਡੇਰੇ ਪਹੁੰਚੀ। ਅੰਤਰਜਾਮੀ ਬਾਬਾ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਇਹ ਪ੍ਰਸ਼ਾਦ ਵਾਪਸ ਨਹੀਂ ਮੋੜਨਾ, ਵੱਧ ਜਾਵੇ ਤਾਂ ਸੰਗਤ ਵਿੱਚ ਦੋਹਰੇ ਦੋਹਰੇ ਵਰਤਾ ਦਿਓ। ਸਾਰੀ ਸੰਗਤ ਗੱਜ ਕੇ ਆਖੋ, ਧੰਨ ਸਾਧ ਤੇ ਧੰਨ ਸਾਧ ਸੰਗਤ। ਪੋਹ ਦਾ ਮਹੀਨਾ ਸੀ। ਅੰਮ੍ਰਿਤ ਵੇਲੇ 5 ਵਜੇ ਦਾ ਸਮਾਂ ਸੀ। ਬਾਬਾ ਜੀ ਬਾਹਰ ਜਾਣ ਵਾਸਤੇ ਡੇਰੇ ਵਿੱਚੋਂ ਅਜੇ ਬਾਹਰ ਨਿਕਲੇ ਹੀ ਸਨ। ਬਾਬਾ ਜੀ ਦੇ ਨਾਲ ਸੰਗਤ 8-10 ਦੀ ਗਿਣਤੀ ਵਿੱਚ ਸੀ। ਬਾਬਾ ਜੀ ਅੱਗੇ ਅੱਗੇ ਤੇ ਸੰਗਤ ਪਿੱਛੇ ਪਿੱਛੇ ਤੁਰ ਰਹੀ ਸੀ।
ਇੱਕ ਸਿੱਖ ਆ ਕੇ ਬਾਬਾ ਜੀ ਦੇ ਅੱਗੇ ਫਰਿਆਦੀ ਹੋਇਆ, ਬਾਬਾ ਜੀ, ਦਵਾਈਆਂ ਬਹੁਤ ਖਾਧੀਆਂ ਨੇ, ਦੁੱਖ ਗਲੋਂ ਨਹੀਂ ਲੈਂਦਾ, ਆਰਾਮ ਨਹੀਂ ਆਉਂਦਾ। ਬਾਬਾ ਜੀ ਨੇ ਕੋਲ ਖੜੀ ਸੰਗਤ ਪਾਸੋਂ ਪੁੱਛਿਆ, ਕੀ ਆਂਦਾ ਏ? ਸੰਗਤ ਨੇ ਦੱਸਿਆ ਕਿ ਬਾਬਾ ਜੀ, ਇਹ ਕਹਿੰਦਾ ਹੈ ਕਿ ਦਵਾਈਆਂ ਬੜੀਆਂ ਖਾਧੀਆਂ ਨੇ ਪਰ ਆਰਾਮ ਨਹੀਂ ਆਉਂਦਾ। ਇਸ ਸਿੱਖ ਨੂੰ ਝੋਨੇ ਦੇ ਖੇਤਾਂ ਵਿੱਚੋਂ ਅਤ ਗਰਮ ਪਾਣੀ ਵਿੱਚ ਬੈਠ ਕੇ ਨਦੀਨ ਕੱਢਣ ਕਰਕੇ ਤਾਅ ਲੱਗਾ ਹੋਇਆ ਸੀ। ਇਸ ਦਾ ਸਰੀਰ ਜਰਾ ਵੀ ਗਰਮੀ ਨਹੀਂ ਸੀ ਸਹਾਰਦਾ। ਸਿਰ ਅਤੇ ਪੈਰਾਂ ਵਿੱਚੋਂ ਹਰ ਵੇਲੇ ਸੇਕ ਨਿਕਲਦਾ ਰਹਿੰਦਾ ਸੀ। ਖੁਰਾਕ ਵੀ ਪੂਰੀ ਹਜਮ ਨਹੀਂ ਸੀ ਹੁੰਦੀ। ਉਂਝ ਵੀ ਰੋਟੀ ਖਾਣ ਨੂੰ ਜੀ ਨਹੀਂ ਸੀ ਕਰਦਾ। ਇਹ ਬੜੀ ਭਿਆਨਕ ਬਿਮਾਰੀ ਸੀ। ਨੇੜੇ ਤੇੜੇ ਦਾ ਕੋਈ ਡਾਕਟਰ ਤੇ ਹਕੀਮ ਸ਼ਾਇਦ ਹੀ ਅਜਿਹਾ ਹੋਵੇਗਾ ਜਿਸ ਕੋਲ ਇਲਾਜ ਲਈ ਉਹ ਨਹੀਂ ਗਿਆ ਸੀ। ਥੋੜਾ ਬਹੁਤ ਠੀਕ ਜ਼ਰੂਰ ਹੋ ਜਾਂਦਾ ਸੀ ਪਰ ਪੂਰਾ ਆਰਾਮ ਨਹੀਂ ਸੀ ਆਉਂਦਾ। ਘਰੋਂ ਵੀ ਕੁਝ ਆਰਥਿਕ ਤੰਗੀ ਸੀ। ਜਿੱਥੋਂ ਤੱਕ ਕਿਸੇ ਦੀ ਪਹੁੰਚ ਹੋਵੇ, ਹਰ ਕੋਈ ਵੱਧ ਤੋਂ ਵੱਧ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਗੱਲ ਕੀ, ਵੈਦਾਂ ਹਕੀਮਾਂ ਦੀਆਂ ਦਵਾਈਆਂ ਤੇ ਬੋਤਲਾਂ ਪੀ ਪੀ ਕੇ ਉਹ ਅੱਕ ਗਿਆ ਸੀ। ਸਰੀਰ ਦੁਰਬਲ ਹੋ ਚੁੱਕਿਆ ਸੀ। ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਘੁੰਮਣੀ ਜਾ ਕੇ ਬਾਬਾ ਜੀ ਨਾਲ ਇਸ ਬਾਰੇ ਬਚਨ ਕਰੇ। ਪਰ ਸਿਆਣੇ ਆਖਦੇ ਹਨ, ਬੰਦਾ ਮਰਦਾ ਕੀ ਨਹੀਂ ਕਰਦਾ। ਕਹਿੰਦੇ ਕੁੱਲ ਸਿਆਣੇ। ਹੁਣ ਉਹ ਕਿਉਂਕਿ ਦਵਾਈ ਦਾਰੂ ਵਾਲੇ ਪਾਸਿਓਂ ਪੂਰੀ ਵਾਹ ਲਗਾ ਚੁੱਕਾ ਸੀ, ਕਹਿਣਾ ਮੰਨ ਕੇ ਉਸਨੇ ਬਾਬਾ ਜੀ ਦੇ ਡੇਰੇ ਜਾਣ ਲਈ ਪੱਕਾ ਮਨ ਬਣਾ ਲਿਆ। ਸਾਰੀ ਰਾਤ ਸੋਚਾਂ ਵਿੱਚ ਨੀਂਦ ਨਹੀਂ ਸੀ ਆਈ ਤੇ ਅੱਜ ਪੋਹ ਦੀ ਠੰਡੀ ਰਾਤ ਦੇ ਅੰਮ੍ਰਿਤ ਵੇਲੇ 4 ਵਜੇ ਹੀ ਘਰੋਂ ਰਜਾਈ ਵਿੱਚੋਂ ਉੱਠ ਕੇ ਸੰਤਾਂ ਦੇ ਡੇਰੇ ਜਾਣ ਲਈ ਤੁਰ ਪਿਆ ਤੇ ਆਉਂਦੇ ਸਾਰ ਹੀ ਉਸ ਨੂੰ ਅਤ ਦੁਖੀ, ਨਿਰਬਲ, ਨਿਬਾਣੇ, ਨਿਆਸਰੇ ਤੇ ਸ਼ਰਧਾ ਪੂਰਨ ਹਿਰਦੇ ਨਾਲ ਬਾਬਾ ਜੀ ਅੱਗੇ ਬੇਨਤੀ ਕੀਤੀ ਸੀ। ਅੰਤਰਜਾਮੀ ਬਾਬਾ ਜੀ ਨੇ ਉਸ ਸਿੱਖ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਤੇ ਮੂੰਹ ਵਿੱਚੋਂ ਬਚਨ ਉਚਾਰਨ ਲੱਗ ਪਏ। ਬੜੀਆਂ ਦਵਾਈਆਂ ਖਾਧੀਆਂ ਹਨ, ਆਰਾਮ ਨਹੀਂ ਆਇਆ। ਇੰਨੀਆਂ ਦਵਾਈਆਂ ਖਾਧੀਆਂ, ਆਰਾਮ ਨਹੀਂ ਆਇਆ। ਫਿਰ ਲਗਭਗ 1 ਮਿੰਟ ਲਈ ਬਾਬਾ ਜੀ ਚੁੱਪ ਕਰ ਗਏ ਤੇ ਫਿਰ ਬਚਨ ਕੀਤਾ, ਇੰਨੀਆਂ ਦਵਾਈਆਂ ਖਾਧੀਆਂ, ਆਰਾਮ ਨਹੀਂ ਆਇਆ। ਹੁਣ ਬਿਲਕੁਲ ਕੋਈ ਦਵਾਈ ਨਹੀਂ ਖਾਣੀ, ਜਾਓ ਪਹਿਰੇ ਲੱਗ ਜਾਓ। ਫਰਿਆਦੀ ਸਿੱਖ ਦਾ ਹੱਥ ਬਾਬਾ ਜੀ ਨੇ ਛੱਡ ਦਿੱਤਾ ਤੇ ਉਹ ਚੁੱਪ ਚਪੀਤਾ ਸਾਧ ਸੰਗਤ ਨੂੰ ਮੱਥਾ ਟੇਕ ਕੇ ਵਾਪਸ ਚਲਾ ਗਿਆ। ਅੱਜ ਉਹ ਇਵੇਂ ਮਹਿਸੂਸ ਕਰ ਰਿਹਾ ਸੀ ਜਿਵੇਂ ਕੁਝ ਧਰਵਾਸ ਮਿਲੀ ਹੋਵੇ, ਜਿਵੇਂ ਤਪਦੇ ਕੋਲਿਆਂ ਉੱਤੇ ਸੀਤਲ ਜਲ ਦੀ ਵਰਖਾ ਹੋਈ ਹੋਵੇ। ਉਸ ਨੂੰ ਕੁਝ ਖੁਸ਼ੀ ਮਹਿਸੂਸ ਹੋ ਰਹੀ ਸੀ। ਉਸ ਨੂੰ ਮਨ ਹੀ ਮਨ ਵਿੱਚ ਮਹਿਸੂਸ ਹੋਇਆ ਕਿ ਉਹ ਹੁਣ ਠੀਕ ਹੋ ਜਾਵੇਗਾ। ਘਰ ਪਹੁੰਚਣ ਤੱਕ ਉਸਨੇ ਪੱਕਾ ਮਨ ਬਣਾ ਲਿਆ ਕਿ ਹੁਣ ਭਾਵੇਂ ਮਰੇ ਭਾਵੇਂ ਜੀਵੇ, ਦਵਾਈ ਨਹੀਂ ਖਾਵੇਗਾ। ਘਰ ਵਾਲਿਆਂ ਦੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਉਸਨੇ ਦਵਾਈ ਨਹੀਂ ਖਾਧੀ। 10-12 ਦਿਨ ਤੱਕ ਤਾਂ ਉਸ ਨੂੰ ਰੋਗ ਦਾ ਕੋਈ ਫਰਕ ਨਹੀਂ ਪਿਆ। ਉਹ ਡਾਵਾਂਡੋਲ ਜਿਹਾ ਹੋ ਗਿਆ, ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਜੋ ਵੀ ਉਸ ਦੀ ਸੁੱਖ ਸਾਂਦ ਪੁੱਛਣ ਲਈ ਆਉਂਦਾ, ਉਹ ਪੱਕੀ ਕਰਦਾ ਕਿ ਦਵਾਈ ਜ਼ਰੂਰ ਖਾਵੇ। ਘਰ ਵਾਲੇ ਜੀ ਉਸ ਨੂੰ ਜ਼ਬਰਦਸਤੀ ਦਵਾਈ ਪਿਲਾਉਣ ਦੀ ਕੋਸ਼ਿਸ਼ ਵੀ ਕਰਦੇ, ਪਰ ਜਿਵੇਂ ਕਿ ਉਸਨੇ ਪੱਥਰ ਮਨ ਬਣਾ ਲਿਆ ਸੀ, ਦਵਾਈ ਨਾ ਖਾਧੀ। ਸਗੋਂ ਆਖਦਾ, ਉਹਦੇ ਘਰੋਂ ਜੇ ਕੋੜੀ ਰਾਜੀ ਹੋ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਰਾਜੀ ਹੋ ਸਕਦਾ? ਅੱਛਾ, ਮੈਂ ਵੀ ਵੇਖਣਾ ਹੈ। ਇੰਨੀ ਦੁਨੀਆ ਬਾਬਾ ਜੀ ਦੇ ਡੇਰੇ ਜਾਂਦੀ ਹੈ, ਉਹਨਾਂ ਦੇ ਦੁੱਖ ਦੂਰ ਹੋ ਸਕਦੇ ਹਨ ਤਾਂ ਮੇਰੇ ਕਿਉਂ ਨਹੀਂ? ਮਰ ਜਾਵਾਂਗਾ ਪਰ ਦਵਾਈ ਨਹੀਂ ਖਾਵਾਂਗਾ। ਉਹ ਤਾਂ ਸ਼ਰਧਾ ਵਸ ਭਾਵਕ ਸੀ, ਪਰ ਲੋਕ ਉਸ ਦਾ ਮਖੌਲ ਉਡਾਉਂਦੇ ਸਨ। 15 ਕੁ ਦਿਨਾਂ ਬਾਅਦ ਉਸ ਦਾ ਰੋਗ ਘਟਣਾ ਸ਼ੁਰੂ ਹੋ ਗਿਆ। ਹੁਣ ਉਹ ਲਗਭਗ ਹਰ ਰੋਜ਼ ਸਵੇਰੇ ਉੱਠ ਕੇ ਬਾਬਾ ਜੀ ਦੇ ਡੇਰੇ ਜਾਣ ਲੱਗ ਪਿਆ। ਬਾਬਾ ਜੀ ਦੇ ਕਹਿਣ ਮੁਤਾਬਕ ਉਸਨੇ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਯਾਦ ਕਰਨਾ ਸ਼ੁਰੂ ਕਰ ਦਿੱਤਾ ਸੀ। ਰਸਤੇ ਵਿੱਚ ਜਪਜੀ ਪੜ੍ਹਦਾ ਹੋਇਆ ਤੁਰਿਆ ਰਹਿੰਦਾ। ਠੀਕ ਹੀ ਸਿੱਧਕ ਭਰੋਸੇ ਦੇ ਬੇੜੇ ਹਮੇਸ਼ਾ ਪਾਰ ਹੁੰਦੇ ਹਨ। ਹੌਲੀ ਹੌਲੀ ਉਹ ਸਿੱਖ ਬਿਲਕੁਲ ਰਾਜੀ ਹੋ ਗਿਆ ਤੇ ਬਾਬਾ ਜੀ ਦਾ ਸਾਰੀ ਉਮਰ ਲਈ ਪੱਕਾ ਸ਼ਰਧਾਲੂ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।